ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ। ਮੈਂ ਹਾਂ ਨਵਜੀਤ। ਹਰ ਰੋਜ਼ ਦੀ ਤਰ੍ਹਾਂ ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ ਨਵਜੀਤ ਜੀ। ਮੇਰੀ ਇੱਕ ਬੇਨਤੀ ਹੈ ਕਿ ਅੱਜ ਮੈਂ ਸਿਰਫ ਤੁਹਾਨੂੰ ਇੱਕ ਸਵਾਲ ਪੁੱਛਣ ਵਾਸਤੇ ਕਹਿਣਾ ਜੀ, ਉਸ ਤੋਂ ਬਾਅਦ ਮੈਂ ਦਰਸ਼ਕਾਂ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦਾ। ਪਹਿਲਾ ਸਵਾਲ ਤੁਹਾਡੀ ਮਰਜ਼ੀ ਤੇ ਹੈ, ਜਿਹੜਾ ਤੁਸੀਂ ਮਰਜ਼ੀ ਕਰ ਲਓ। ਠੀਕ ਹੈ ਪੰਨੂ ਸਾਹਿਬ, ਫਿਰ ਪੰਜਾਬ ਦੀ ਸਿਆਸਤ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਸਿਆਸਤ ਵਿੱਚ ਕਈ ਦਿਨਾਂ ਤੋਂ ਪ੍ਰਧਾਨਗੀ ਦੀ ਗੱਲ ਚੱਲਦੀ ਸੀ। ਨਵੇਂ ਪ੍ਰਧਾਨ ਬਣਿਆ ਨਵਜੋਤ ਸਿੰਘ ਸਿੱਧੂ। ਅੱਜ ਕਾਫੀ ਵੱਡਾ ਉਹਨਾਂ ਨੇ ਸਿਆਸੀ ਇਕੱਠ ਕੀਤਾ ਤੇ ਕਹਿੰਦੇ ਹਵਾ ਵੀ ਬਦਲ ਗਈ ਹੈ। ਕਿਵੇਂ ਦੇਖਦੇ ਆ ਨਵਜੀਤ ਜੀ? ਗੱਲ ਸੱਚੀ ਇਹ ਹੈ ਕਿ ਹਵਾ ਪਰਸੋਂ ਦੀ ਬਦਲ ਗਈ ਸੀ, ਕੱਲ ਬਿਲਕੁਲ ਪਲਟੇ ਦੇ ਨੇੜੇ ਪਹੁੰਚ ਗਈ ਤੇ ਅੱਜ ਪਲਟਾ ਹੋ ਚੁੱਕਾ ਹੈ ਜੀ। ਮੇਰੇ ਕੋਲ ਸਵੇਰ ਦੀਆਂ ਰਿਪੋਰਟਾਂ ਸਨ ਕਿ ਉਹਨਾਂ ਦੇ ਕੋਲ 49 MLA ਆ। ਦੁਪਹਿਰ ਤੱਕ ਰਿਪੋਰਟਾਂ ਆ ਗਈਆਂ ਕਿ 52 ਹੋ ਗਏ ਆ। ਜਿਹੜੇ ਹਲਕਾ ਇੰਚਾਰਜ ਨੇ ਉਹ ਸਾਰੇ ਪਾ ਕੇ 75 ਤੋਂ ਵੱਧ ਚੁੱਕੇ ਨੇ ਜੀ। ਇਹ ਸਪਸ਼ਟ ਹੈ ਕਿ ਬਹੁਤ ਥੋੜ੍ਹੇ ਜਿਹੇ ਬੰਦੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨੇ ਤੇ ਕੁਝ ਥੋੜ੍ਹੇ ਜਿਹੇ ਉਹ ਨੇ ਜਿਹੜੇ ਅੱਧ ਵਿਚਾਲੇ ਆ। ਉਧਰ ਜਾਊਂ ਮੈਂ ਇੱਧਰ ਜਾਊਂ, ਖੁਦਾ ਜਾਣੇ ਮੈਂ ਕਿੱਧਰ ਜਾਊਂ, ਅਜੇ ਜੱਕੋ ਤੱਕੇ ਚ ਨੇ ਫੈਸਲਾ ਨਹੀਂ ਕਰ ਸਕੇ। ਜਦੋਂ ਆਹ ਸਥਿਤੀ ਬਣ ਜਾਵੇ ਫਿਰ ਕੈਪਟਨ ਅਮਰਿੰਦਰ ਸਿੰਘ ਵਾਸਤੇ ਜਿਹੜੀ ਗੱਲ ਕਿਸੇ ਨੇ ਅਜੇ ਤੱਕ ਆਖੀ ਨਹੀਂ, ਮੈਂ ਉਹ ਕਹਿ ਦੇਣ ਲੱਗਾ ਜੀ। ਉਹਦੇ ਵਾਸਤੇ ਵਧੀਆ ਤਰੀਕਾ ਇਹ ਆ ਕਿ ਥੋੜ੍ਹੇ ਬਹੁਤ ਸਾਊ ਢੰਗ ਨਾਲ ਇਹ ਕੁਰਸੀ ਛੱਡ ਜਾਵੇ। ਜਿਹੜਾ ਕੱਲ੍ਹ ਦੇ ਉਹਨਾਂ ਦੇ ਬਿਆਨ ਆਉਣ ਡਿਆ, ਮੇਰੇ ਤੋਂ ਅਜੇ ਤੱਕ ਸਿੱਧੂ ਨੇ ਮਿਲਣ ਦਾ ਟਾਈਮ ਮੰਗਿਆ ਵੀ ਨਹੀਂ, ਪਰ ਜੇ ਮੈਂ ਮੰਗੇ ਤਾਂ ਮੈਂ ਮਿਲਣਾ ਵੀ ਨਹੀਂ। ਅਸਲ ਗੱਲ ਕੀ ਆ? ਉਹ ਕਹਿ ਰਹੇ ਯਾਰ ਤੂੰ ਮੇਰੇ ਤੋਂ ਟਾਈਮ ਮੰਗ ਲਾ ਮਾੜਾ ਮੋਟਾ। ਜੀ। ਆਹ ਪ੍ਰਭਾਵ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਕਿ ਉਹ ਇੱਕ ਤਰੀਕੇ ਨਾਲ ਕਹਿ ਰਿਹਾ ਕਿ ਤੂੰ ਮੇਰੇ ਤੋਂ ਟਾਈਮ ਹੀ ਮੰਗ ਲਾ, ਹੋਰ ਕੁਝ ਨਹੀਂ, ਤੇ ਉਹ ਟਾਈਮ ਨਹੀਂ ਮੰਗ ਰਿਹਾ। ਇੱਕ ਤਜਵੀਜ਼ ਬਣੀ ਸੀ ਕਿ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਨਵਜੋਤ ਸਿੰਘ ਸਿੱਧੂ ਨੇ ਜੀ ਤੇ ਮੁੱਖ ਮੰਤਰੀ ਨੂੰ ਆਖਿਆ ਜਾਵੇ ਕਿ ਉਹ ਵੀ ਨਾਲ ਚੱਲੇ। ਸਾਂਝੇ ਬੰਦੇ ਇੱਕ ਨੇ ਜਾ ਕੇ ਆਖਿਆ, ਉਧਰੋਂ ਜਵਾਬ ਇਹ ਆਇਆ, ਪਤਾ ਨਹੀਂ ਮੁੱਖ ਮੰਤਰੀ ਨੇ ਦਿੱਤਾ ਕਿ ਉਹਦੇ ਏਲਚੀਆਂ ਨੇ, ਕਿ ਨਵਜੋਤ ਸਿੰਘ ਸਿੱਧੂ ਆਖੇ। ਜੀ। ਇਹ ਸਾਰਿਆਂ ਨੂੰ ਪਤਾ, ਜੇ ਨਵਜੋਤ ਸਿੰਘ ਸਿੱਧੂ ਇੰਨੀ ਗੱਲ ਕਹਿ ਦੇਵੇ, ਮੈਸੇਜ ਵੀ ਕਰ ਦੇਵੇ, ਤੇ ਉਸ ਮੈਸੇਜ ਨੂੰ ਲੈ ਕੇ ਫਿਰ ਆਖਿਆ ਜਾਣਾ ਵੇਖਿਆ ਤਰਲੇ ਕੱਢਦਾ। ਐਡਾ ਕਮਲਾ ਕੋਈ ਨਹੀਂ ਹੁੰਦਾ, ਕਿਸੇ ਮੈਸੇਜ ਨਹੀਂ ਸੀ ਕਰਨਾ, ਉਹਨੇ ਨਹੀਂ ਕੀਤਾ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਥੋੜ੍ਹਾ ਜਿਹਾ ਇਕੱਲਿਆਂ ਬਹਿ ਕੇ ਸੋਚਣਾ ਚਾਹੀਦਾ ਕਿ ਉਹਦੀ ਇਹ ਪੋਜੀਸ਼ਨ ਬਣੀ ਕਿਉਂ। ਜੀ। ਇਹ ਗੱਲ ਨਵਜੋਤ ਸਿੰਘ ਸਿੱਧੂ ਕਹਿੰਦਾ ਕਿ 75-25 ਦੋ ਪਰਿਵਾਰ ਮਿਲ ਕੇ ਖੇਡਦੇ। ਮੈਂ ਉਹਦੇ ਤੋਂ ਪਹਿਲਾਂ 80-20 ਲਫ਼ਜ਼ ਵਰਤਿਆ ਸੀ। ਹੋ ਸਕਦਾ ਇਹਦੇ 75-25 ਹੋਣ। 80-20 ਹੈ ਕਿ ਨਹੀਂ ਹੈ ਮੈਨੂੰ ਨਹੀਂ ਪਤਾ, ਪਰ ਮੇਰੇ ਕੋਲ ਇੱਕ ਅੰਦਾਜ਼ਾ ਸੀ, ਮੈਂ ਕਹਿ ਦਿੱਤਾ ਸੀ। ਜੀ। ਹੁਣ ਇਹ ਜਿੱਦਾਂ ਵੀ ਹੋਇਆ ਹੋਵੇ, ਗੱਲ ਤਾਂ ਸੱਚੀ ਹੈ ਕਿ ਇਹਨਾਂ 4.5 ਸਾਲਾਂ 'ਚ ਕੁਛ ਨਹੀਂ ਕੀਤਾ ਇਸ ਸਰਕਾਰ ਨੇ। ਨਾ ਬਿਜਲੀ ਦੇ ਸਵਾਲ 'ਤੇ ਕੋਈ ਡਿੱਕਾ ਡਾਇਆ। ਬਿਜਲੀ ਕੰਪਨੀਆਂ ਪੰਜਾਬ ਦਾ ਖੂਨ ਚੂਸ ਗਈਆਂ। ਨਾ ਟਰਾਂਸਪੋਰਟ ਕੰਪਨੀਆਂ ਦੇ ਸਵਾਲ 'ਤੇ ਬਾਦਲਾਂ ਨੂੰ ਤੱਤੀ ਵਾਹ ਲੱਗਣ ਦਿੱਤੀ। ਜਿਹੜੀਆਂ ਬੱਸਾਂ ਦੇ 30-30 ਕਿਲੋਮੀਟਰ ਦੇ ਪਰਮਿਟ ਆ, 300-300 ਕਿਲੋਮੀਟਰ ਚੱਲਦੀਆਂ ਰਹੀਆਂ। ਜੀ। ਨਾ ਬਰਗਾੜੀ ਕਾਂਡ ਤੇ ਕੋਟਕਪੂਰਾ ਕਾਂਡ ਕਿਸੇ ਪਾਸੇ ਲੱਗਣ ਦਿੱਤੇ, ਔਰ ਦੱਸਿਆ ਗਿਆ ਕਿ ਇਹਨਾਂ ਦਾ ਐਡਵੋਕੇਟ ਜਨਰਲ ਕਿਸੇ ਪਾਸੇ ਨਹੀਂ ਲੱਗਣ ਦਿੰਦਾ, ਪਰ ਬਾਅਦ ਵਿੱਚ ਪਤਾ ਲੱਗਾ ਕਿ ਐਡਵੋਕੇਟ ਜਨਰਲ ਨੇ ਉਹਨੂੰ ਮੁੱਖ ਮੰਤਰੀ ਆਪ ਹੀ ਕਹਿੰਦਾ ਕਿ ਨਹੀਂ ਲੱਗਣ ਦੇਣਾ। ਨਾ ਜਿਹੜਾ ਰੇਤ ਬਜਰੀ ਦਾ ਮਾਮਲਾ ਉਹ ਕਿਸੇ ਪਾਸੇ ਲੱਗਣ ਦਿੱਤਾ ਗਿਆ, ਉਹ ਵੀ ਦਬਾ ਕੇ ਉਸੇ ਤਰ੍ਹਾਂ ਕੰਮ ਚੱਲਦਾ ਰਿਹਾ। ਇਹ ਸਾਰੀਆਂ ਗੱਲਾਂ ਕੀ ਕਹਿੰਦੀਆਂ ਸੀ? ਇਹਦਾ ਮਤਲਬ ਇਹ ਸੀ ਕਿ ਕੱਖ ਨਹੀਂ ਕਰਨਾ ਤੇ ਆਪਾਂ 5 ਸਾਲ ਗੁਜ਼ਾਰਨੇ। ਹੁਣ 5ਵੇਂ ਸਾਲ 'ਚ ਆ ਕੇ ਕੰਮ ਕਰਦੇ ਕੁਛ, ਉਹ ਵੀ ਨਹੀਂ ਕੀਤਾ ਗਿਆ। ਨਤੀਜਾ ਕੀ ਨਿਕਲਿਆ? ਹੌਲੀ ਹੌਲੀ ਨਵਜੋਤ ਸਿੰਘ ਸਿੱਧੂ ਜਿਹੜਾ ਪਹਿਲਾਂ ਜਾਪਦਾ ਸੀ ਫੈਸਲਾ ਨਹੀਂ ਕਰਦਾ, ਫਿਰ ਜਾਪਦਾ ਸੀ ਕਨਫਿਊਜ਼ਡ ਆ, ਫਿਰ ਜਾਪਦਾ ਸੀ ਦਿੱਲੀ ਵਾਲੀ ਬੀਬੀ ਦਾ ਪਰਿਵਾਰ, ਉਹਦੇ ਪੁੱਤ ਧੀ ਕੋਈ ਉਹਨੂੰ ਅਜੇ ਪੱਲਾ ਨਹੀਂ ਫੜਾਉਂਦੇ। ਅੰਤ ਨੂੰ ਇਸ ਵੇਲੇ ਉਹ ਜੇਤੂ ਪੋਜੀਸ਼ਨ 'ਚ ਹੈ ਤੇ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਹਾਰੀ ਹੋਈ ਲੜਾਈ ਲੜਨ ਨਾਲੋਂ ਬਿਹਤਰ ਹੁੰਦਾ ਕਿ ਇਹੋ ਜਿਹੇ ਮੌਕੇ ਛੱਡ ਜਾਵੇ। ਜੀ। ਥੋੜ੍ਹਾ ਬਹੁਤ ਜਿਹੜੀ ਗੱਲ ਸੋਚਣ ਦੀ ਲੋੜ ਆ ਉਹ ਇਹ ਕਿ ਇੱਥੋਂ ਤੱਕ ਪਹੁੰਚਾਇਆ ਕਿਹਨੇ। ਕਦੇ ਇਕੱਲਿਆਂ ਬਹਿ ਕੇ ਉਸ ਕੈਪਟਨ ਸੰਦੀਪ ਨੂੰ ਪੁੱਛੇ ਤਾਂ ਸਹੀ
ਜਿਹਨੇ ਰਾਤ ਨੂੰ 11 ਵਜੇ ਤੋਂ ਬਾਅਦ ਪ੍ਰਗਟ ਸਿੰਘ ਨੂੰ ਫੋਨ ਕਰਕੇ ਲਫ਼ਜ਼ ਵਰਤੇ ਸੀ, ਤੈਨੂੰ ਅਸੀਂ ਠੋਕ ਦੇਣਾ ਅੱਜ ਸੁਧਰਿਆ ਲਫ਼ਜ਼ ਆ। ਲਫ਼ਜ਼ ਉਹਨੇ ਕੁਝ ਇਹ ਤੋਂ ਵੀ ਗਾਂ ਦਾ ਹੋਰ ਵਰਤਿਆ ਸੀ ਜੀ। ਉਹ ਸੰਦੀਪ ਵਰਗੇ ਲਾਟਲੇ ਕਿੰਨੀ ਕੁ ਦੇਰ ਤੱਕ ਚੱਲਣਗੇ? ਇੱਕ ਮੰਤਰੀ ਜਿਹੜਾ ਪਾਕਿਸਤਾਨ ਦੇ ਬਾਰਡਰ ਤੋਂ ਲੈ ਕੇ ਚੰਡੀਗੜ੍ਹ ਤੱਕ ਹਰ ਗੱਲ 'ਚ ਬਦਨਾਮ ਹੈ, ਉਹ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਦਾ ਸਭ ਤੋਂ ਨੇੜਲਾ ਤੇ ਪਿਛਲੇ ਸਾਰੇ ਸਮੇਂ 'ਚ ਨੇੜਲਾ ਰਿਹਾ। ਕੈਪਟਨ ਅਮਰਿੰਦਰ ਸਿੰਘ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ। ਉਹ ਅੱਗੇ ਵੀ ਇੱਕ ਵਾਰੀ ਮੁੱਖ ਮੰਤਰੀ ਬਣਿਆ ਸੀ, ਜਦੋਂ ਉਹਦਾ 5ਵਾਂ ਸਾਲ ਸੀ, ਐਨ ਸਿਰੇ ਤੇ ਜਾ ਕੇ ਉਹਦਾ ਕੀ ਹੋਇਆ ਸੀ? ਉਹਦਾ ਚੀਫ ਸੈਕਟਰੀ ਬਹੁਤ ਮਿਹਨਤੀ ਬੰਦਾ ਸੀ, ਉਹਦੀ ਪਤਨੀ ਪੰਚਕੂਲੇ ਗਈ, ਪੰਜਾਬ ਦਾ ਉਸ ਵਕਤ ਦਾ ਹੋਮ ਸੈਕਟਰੀ ਉੱਥੇ ਚਲਾ ਗਿਆ, ਦੋਵੇਂ ਇੱਕ ਬਣਦੀ ਹੋਈ ਬਿਲਡਿੰਗ ਜਿਹੜੀ ਆ ਉਹਦੇ ਜਦੋਂ ਚਲੇ ਗਏ ਤੇ ਹਰਿਆਣੇ ਦੀ ਪੁਲਿਸ ਨੇ ਦੋਵਾਂ ਨੂੰ ਜਾ ਕੇ ਫੜ ਲਿਆ, ਦੋਵਾਂ ਨੂੰ ਫੜ ਕੇ ਥਾਣੇ ਲੈ ਗਏ। ਫਿਰ ਆਖਿਆ ਗਿਆ ਛੱਡ ਦਿਓ, ਉਹਨੇ ਆਖਿਆ ਜੀ ਕੇਸ ਦਰਜ ਨਹੀਂ ਕਰਦੇ, ਛੱਡ ਦਿੰਦੇ ਆ, ਪਰ ਛੱਡਣਾ ਕਿਸੇ ਦੀ ਸਪੁਰਦਦਾਰੀ ਤੇ ਆ। ਪੰਜਾਬ ਦਾ ਹੋਮ ਸੈਕਟਰੀ, ਉਹਦੀ ਸਪੁਰਦਦਾਰੀ ਉਹਦੇ ਡਰਾਈਵਰ ਨੂੰ ਦਿੱਤੀ ਗਈ ਤੇ ਪੰਜਾਬ ਦਾ ਚੀਫ ਸੈਕਟਰੀ ਜਿਹੜਾ ਉਹਨੇ ਆਖਿਆ ਮੈਂ ਨਹੀਂ ਲੈਣ ਜਾਣਾ ਘਰ ਵਾਲੀ ਨੂੰ, ਉਹਦੇ ਧੋਬੀ ਨੂੰ ਸੱਦ ਕੇ ਧੋਬੀ ਨੂੰ ਸਪੁਰਦਦਾਰੀ ਦਿੱਤੀ ਗਈ ਜੀ। ਤੇ ਸਾਰਾ ਕੰਮ ਜਿਹੜੇ ਬੰਦੇ ਨੇ ਉਸ ਵਕਤ ਕਰਾਇਆ ਸੀ, ਉਹ ਉਦੋਂ ਵੀ ਮੰਤਰੀ, ਉਹ ਅੱਜ ਵੀ ਮੰਤਰੀ ਆ, ਕੈਪਟਨ ਅਮਰਿੰਦਰ ਸਿੰਘ ਨੂੰ ਸਮਝਣ ਲੱਗੇ। ਉਹ ਇਹੋ ਹੀ ਸੋਚੀ ਬੈਠੇ ਰਹੇ ਕਿ ਬੀਬੀ ਪਠਲ ਉਦੋਂ 30-35 ਲਈ ਫਿਰਦੀ ਸੀ MLA ਤੇ ਗੱਲ ਨਹੀਂ ਸੀ ਬਣੀ, ਇਹ ਵੀ ਇਸ ਵਾਰੀ ਨਹੀਂ ਬਣਨੀ। ਇਸ ਵਾਰੀ 5-7-10 ਤੋਂ ਕਾਫਲਾ ਤੁਰਿਆ, 25 ਤੱਕ ਗਿਆ, 35 ਤੱਕ ਗਿਆ। ਅੱਜ ਉਹਦੇ ਕੋਲ 55 ਦੇ ਕਰੀਬ MLA ਨੇ ਜੀ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੋਣਗੇ 10, ਬਾਕੀ ਤਾਂ ਗਏ ਕਿਰ ਗਏ। ਹੁਣ ਕਹਿੰਦੇ ਮੈਂ ਜਾ ਕੇ ਹਲਕਿਆਂ 'ਚ ਮਿਲੂੰਗਾ ਲੋਕਾਂ ਨੂੰ। ਆਪ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗ ਗਏ ਖੇਤ। ਹੁਣ ਹਾਲਾਤ ਨੂੰ ਸਮਝ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਗ੍ਰੇਸਫੁਲੀ ਇਸ ਕੁਰਸੀ ਨੂੰ ਬਾਏ ਬਾਏ ਟਾਟਾ ਕਰ ਦੇਣੀ ਚਾਹੀਦੀ ਹੈ ਜੀ। ਮੈਂ ਉਹਦੇ ਨਿੱਜੀ ਜੀਵਨ ਦੀਆਂ ਕਹਾਣੀਆਂ ਨਹੀਂ ਪਾਉਣੀਆਂ ਚਾਹੁੰਦਾ, ਬਹੁਤ ਲੋਕ ਹੋਰ ਪਾਉਂਦੇ, ਮੈਂ ਉਹਨਾਂ 'ਚ ਕਦੇ ਨਹੀਂ ਜਾਂਦਾ ਹੁੰਦਾ ਜੀ। ਪਰ ਜੋ ਕੁਝ ਹੁੰਦਾ ਪਿਆ ਉਹਦੇ ਚਾੜੇ 3-4 ਸ਼ਤੂੰਗੜੇ ਜੇ ਬੰਦੇ ਨਾਲ ਲੱਗੇ ਸੀ ਕੈਪਟਨ ਅਮਰਿੰਦਰ ਸਿੰਘ ਦੇ, ਉਹਨਾਂ ਨੇ ਇਹਦੀ ਬੇਇੱਜ਼ਤੀ ਕਰਵਾਤੀ ਹੈ। ਪਰ ਕਸੂਰ ਉਹਨਾਂ ਦਾ ਥੋੜ੍ਹਾ, ਕਸੂਰ ਤੇ ਉਹਦਾ ਜਿਹਨੇ ਇੱਦਾਂ ਦੇ ਬੰਦੇ ਆਪਣੇ ਨਾਲ ਲਾ ਕੇ ਰੱਖੇ, ਜਿਨ੍ਹਾਂ ਨੇ ਬੇੜੀ ਡੋਬ ਦਿੱਤੀ ਆ ਜੀ। ਹੁਣ ਨਵਜੋਤ ਸਿੰਘ ਸਿੱਧੂ ਇਸ ਵੇਲੇ ਪੰਜਾਬ ਦੇ ਲੋਕਾਂ 'ਚ, ਇਕੱਲੇ ਕਾਂਗਰਸੀਆਂ 'ਚ ਨਹੀਂ, ਦੂਸਰਿਆਂ ਦੇ ਵਿੱਚ ਵੀ ਉਹਦੀ ਚੜ੍ਹਤ ਹੋ ਚੁੱਕੀ ਹੈ। ਹੁਣ ਉਹ ਬਾਜ਼ਾਰਾਂ 'ਚ ਨਿਕਲਦਾ, ਇਕੱਲੇ ਕਾਂਗਰਸੀ ਤਾਂ ਨਹੀਂ ਜਾਂਦੇ ਜੀ, ਲੋਕ ਵੀ ਖਲੋ ਕੇ ਹਰ ਕੋਈ ਵੇਖਦਾ ਹੁੰਦਾ। ਜਿਹੜਾ ਸਿੱਧੂ ਇੰਨੇ ਚਿਰ ਦਾ ਦਬਿਆ ਪਿਆ ਸੀ, ਹੁਣ ਲੋਕੀ ਉਹਨੂੰ ਗਏ ਨੂੰ ਜੇ ਭੱਜ ਮਿਲਦੇ ਨੇ, ਤੇ ਇਸ ਗੱਲ ਨੂੰ ਸਮਝਣਾ ਚਾਹੀਦਾ। ਸਮਝਿਆ ਠੀਕ ਹੈ, ਨਹੀਂ ਸਮਝਦੇ ਤੇ ਫਿਰ ਜਾ ਜਾਂਦੀ ਹੋਊਗੀ ਗੱਲ। ਤਾਂ ਪੰਨੂ ਸਾਹਿਬ ਠੀਕ ਹੈ, ਹੁਣ ਦੇਖਦੇ ਆ ਸਿਆਸਤ ਕੀ ਹੁੰਦਾ। ਇਹਦੇ ਤੋਂ ਬਾਅਦ ਮੈਂ ਨਵਜੀਤ ਜੀ ਸੌਰੀ ਤੁਹਾਡੀ ਗੱਲ ਕੱਟ ਗਿਆ, ਮੈਨੂੰ ਪਤਾ ਨਹੀਂ ਤੁਸੀਂ ਕੀ ਲੱਗੇ ਸੀ ਕਹਿਣ, ਸਿਆਸਤ ਤੇ ਆਪੇ ਦੱਸੇਗੀ। ਹੁਣ ਮੈਂ ਕੁਝ ਗੱਲਾਂ ਕਰਨੀਆਂ ਚਾਹੁੰਦਾ ਆਪਣੇ ਦਰਸ਼ਕਾਂ ਨਾਲ। ਸਾਡੇ ਪੰਜਾਬ ਦੀ ਹਾਲਤ, ਸਾਡੇ ਭਾਰਤ ਦੀ ਹਾਲਤ ਇਸ ਵੇਲੇ ਹੱਦੋਂ ਪਰੇ ਹੋਈ ਪਈ ਹੈ। ਉਹਦੇ ਵਿੱਚ ਅੱਜ ਸਵੇਰ ਦਾ ਮੈਂ ਤੜਕੇ ਦਾ ਜਦੋਂ ਲੋਕ ਸੁੱਤੇ ਪਏ ਸੀ, ਉਦੋਂ ਤੋਂ ਲੈ ਕੇ ਜਿੰਨੀਆਂ ਖਬਰਾਂ ਪੜ੍ਹੀਆਂ, ਸਾਰੀਆਂ ਇੱਕ ਤੋਂ ਇੱਕ ਵੱਧ ਇਸ ਮੁਲਕ ਨੂੰ ਸ਼ਰਮਿੰਦੇ ਕਰਨ ਵਾਲੀਆਂ ਨੇ ਜੀ। ਇੱਕ ਖਬਰ ਇਹ ਆ ਕਿ ਨਰਸਿਮਹਾ ਰਾਓ ਦੇ ਵੇਲੇ ਵੀ ਮੰਤਰੀ ਸੀ, ਮਨਮੋਹਨ ਸਿੰਘ ਦੇ ਨਾਲ ਵੀ ਵਿਦੇਸ਼ ਮੰਤਰੀ ਹੁੰਦਾ ਸੀ ਇੱਕ ਸਲਮਾਨ ਖੁਰਸ਼ੀਦ, ਉਹਦੀ ਪਤਨੀ ਨੇ ਜਿਹੜੇ ਅੰਗਹੀਣ ਆ, ਜਿਨ੍ਹਾਂ ਨੂੰ ਅੱਜ ਕੱਲ੍ਹ ਦਿਵਿਆਂਗ ਆਖਿਆ ਜਾਂਦਾ, ਉਹਨਾਂ ਦੇ ਭਲੇ ਲਈ ਫੰਡ ਮੰਗਾਏ। ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਜ਼ਾਕਿਰ ਹੁਸੈਨ ਦੇ ਨਾਂ ਤੇ ਟਰਸਟ ਬਣਾਇਆ, ਤੇ ਉਹ ਜਿਹੜੇ ਪਹਿਲਾਂ ਹੀ ਕੁਦਰਤ ਦੀ ਕਰੋਪੀ ਦੇ ਮਾਰੇ ਆ, ਤੁਰ ਫਿਰ ਨਹੀਂ ਸਕਦੇ, ਚੱਲ ਫਿਰ ਨਹੀਂ ਸਕਦੇ, ਉਹਨਾਂ ਦੇ ਨਾਂ ਤੇ ਆਏ ਫੰਡ ਵੀ ਖਾ ਗਏ। ਤੇ ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਦੀ ਪਤਨੀ ਦੇ ਵਾਰੰਟ ਨਿਕਲੇ ਪਏ ਆ। ਬਾਹਰਲੇ ਮੁਲਕਾਂ ਦੇ ਲੋਕ ਕੀ ਕਹਿੰਦੇ ਹੋਣਗੇ ਭਾਰਤ ਨੂੰ? ਇਹ ਕਾਂਗਰਸੀਆਂ ਦਾ ਇਸ ਵੇਲੇ ਬਹੁਤ ਵੱਡਾ ਲੀਡਰ ਹੈ, ਔਰ ਸੋਨੀਆ ਗਾਂਧੀ ਦੇ ਘਰੇ ਜਿਹੜੇ 10-12 ਜਿਹੜੇ ਜੁੜੇ ਆ, ਜਿਨ੍ਹਾਂ ਨੂੰ ਜੁੰਡੀ ਕਿਹਾ ਜਾਂਦਾ, ਉਸ ਜੁੰਡੀ ਦੇ ਵਿੱਚੋਂ ਇੱਕ ਹੈ। ਇਸ ਤੋਂ ਬਾਅਦ ਦੂਸਰੀ ਮੈਂ ਗੱਲ ਕਰਨੀ, ਮੁਆਫ ਕਰਨਾ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਉਹ ਵੀ ਗੱਲ ਕਾਂਗਰਸ ਦੀ ਸੀ ਜੀ, ਇਹ ਦੂਜੀ ਵੀ। ਹੁਣ ਜਿਹੜੀ ਤੀਜੀ ਗੱਲ ਆ, ਉਹ ਵੀ ਕਾਂਗਰਸ ਨਾਲ ਜੁੜੀ ਆ। ਰਾਜਸਥਾਨ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਉੱਥੋਂ ਖਬਰ ਆਈ ਬਹੁਤ ਸ਼ਰਮਨਾਕ। ਉੱਥੋਂ ਦਾ ਜਿੱਦਾਂ ਸਾਡਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੈ, ਰਾਜਸਥਾਨ ਦਾ ਪਬਲਿਕ ਸਰਵਿਸ ਕਮਿਸ਼ਨ ਹੈ ਜੀ। ਸਿੱਖਿਆ ਮੰਤਰੀ ਦਾ ਦਬਦਬਾ,
ਜਦੋਂ ਰਿਜ਼ਲਟ ਆਊਟ ਹੋਇਆ, ਉਸ ਰਿਜ਼ਲਟ 'ਚੋਂ ਨਿਕਲਿਆ ਕਿ ਜਿਹੜੇ ਬੱਚੇ ਉੱਥੇ ਸਿਲੈਕਟ ਹੋਏ ਨੇ, ਜਿਨ੍ਹਾਂ ਨੇ SDM ਬਣਨਾ ਤੇ ਕੱਲ੍ਹ ਨੂੰ ਪ੍ਰਮੋਟ ਹੋ ਕੇ ਡਿਪਟੀ ਕਮਿਸ਼ਨਰ ਤੇ ਸੈਕਟਰੀ ਤੱਕ ਜਾਣਾ, ਉਹਨਾਂ 'ਚ 3 ਬੱਚੇ ਸਿੱਖਿਆ ਮੰਤਰੀ ਦੇ ਘਰ ਦੇ ਆ। ਇੱਕ ਉਹਦੀ ਆਪਣੀ ਨੂੰਹ, ਇੱਕ ਨੂੰਹ ਦਾ ਭਰਾ, ਇੱਕ ਨੂੰਹ ਦੀ ਛੋਟੀ ਭੈਣ, ਜੀ ਤਿੰਨੇ ਸਿਲੈਕਟ ਹੋ ਗਿਆ। ਔਰ ਸ਼ਰਮਨਾਕ ਗੱਲ ਜਿਹੜੀ ਨਿਕਲੀ ਉਹ ਇਹ, ਇਹਨਾਂ 'ਚੋਂ ਇੱਕ ਦੇ 50% ਨੰਬਰ ਆਏ ਲਿਖਤੀ ਟੈਸਟਾਂ 'ਚ, ਜੀ ਇੱਕ ਦੇ 46.5% ਆਏ, ਇੱਕ ਦੇ 45.5% ਆਏ। ਤੇ ਫਿਰ ਸਿਲੈਕਟ ਕਿੱਦਾਂ ਹੋ ਗਏ? ਜਦੋਂ ਇੰਟਰਵਿਊ ਹੋਈ, ਇੰਟਰਵਿਊ ਬੋਰਡ ਵਾਲਿਆਂ ਨੂੰ ਇਹ ਬਾਂਹ ਮਰੋੜੀ ਸੀ ਜਾਂ ਕੋਈ ਕੰਨ 'ਚ ਫੂਕ ਮਾਰੀ ਸੀ। ਉਹਨਾਂ ਨੇ 100 ਚੋਂ 80 ਨੰਬਰ ਇਹਨਾਂ ਤਿੰਨਾਂ ਨੂੰ ਦਿੱਤੇ ਆ। ਜੀ ਜਿਹੜੇ ਲਿਖਤੀ ਟੈਸਟ ਵਿੱਚੋਂ 45, 46 ਤੇ 50% ਨੰਬਰ ਦਿੰਦੇ ਆ, ਉਹਨਾਂ ਨੂੰ ਲਿਖਤੀ ਦੇ ਵਿੱਚੋਂ ਇੰਨੇ ਨੰਬਰ ਆ ਤੇ ਇੰਟਰਵਿਊ ਦੇ ਵਿੱਚੋਂ 80% ਨੰਬਰ ਦੇ ਕੇ ਤੇ ਪਾਸ ਕਰਤੇ। ਕਹਿੰਦੇ ਜੀ ਬੜੇ ਬ੍ਰਿਲੀਅੰਟ। ਸ਼ਰਮ ਨਹੀਂ ਆਉਂਦੀ? ਤੇ ਇਹੋ ਜਿਹਾ ਸਿੱਖਿਆ ਮੰਤਰੀ ਅਜੇ ਤੱਕ ਰੱਖਿਆ ਕਾਹਦੇ ਲਈ? ਜਿਹੜਾ ਇੰਨੇ ਦਾਅ ਸਿੱਖਿਆ ਹੋਇਆ ਸਿੱਖਿਆ ਮੰਤਰੀ ਆ, ਉਹ ਕੱਢਿਆ ਕਿਉਂ ਨਹੀਂ ਜਾਂਦਾ? ਜੀ ਹੁਣ ਇਸ ਤੋਂ ਬਾਅਦ ਮੈਨੂੰ ਇੱਕ ਹੋਰ ਸ਼ਰਮਨਾਕ ਗੱਲ ਚੇਤੇ ਆਉਂਦੀ ਹੈ। ਜੀ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਇੱਕ ਮੰਤਰੀ ਦਾ PA ਹੁੰਦਾ ਸੀ, ਉਹਨੂੰ PCS ਸਿਲੈਕਟ ਕਰਾਤਾ ਗਿਆ। ਟੈਕਟਫੁਲ ਇੰਨਾ ਸੀ ਕਿ ਆ ਕਾਂਗਰਸੀ ਸਰਕਾਰ ਦੇ ਵਿੱਚ ਵੀ ਉਹ SDM ਬਣਿਆ ਰਿਹਾ। ਇਨਕੁਆਇਰੀ ਖੁੱਲ੍ਹ ਗਈ ਵੀ ਇਹ PCS ਕਿੱਦਾਂ ਬਣ ਗਿਆ। ਉੱਥੇ ਤਾਂ ਗ੍ਰੈਜੂਏਟ ਹੋਣਾ ਜ਼ਰੂਰੀ ਸੀ। ਕਹਿੰਦੇ ਜੀ ਪੋਸਟ ਗ੍ਰੈਜੂਏਟ ਹੈ, MA ਦੀ ਡਿਗਰੀ ਹੈ। ਕਮਾਲ ਹੋ ਗਈ, MA ਦੀ ਡਿਗਰੀ ਹੈ। ਪੁੱਛਿਆ ਗਿਆ ਤੂੰ ਗ੍ਰੈਜੂਏਸ਼ਨ ਕਿੱਥੋਂ ਕੀਤੀ ਸੀ? ਉਹ ਕੀਤੀ ਨਹੀਂ, ਹੇਠਲੀਆਂ ਕਲਾਸਾਂ ਕੀਤੀਆਂ ਹੀ ਨਹੀਂ। ਸਿੱਧਾ ਹੀ ਜਾ ਕੇ ਕੋਠਾ ਪਾਇਆ ਨਹੀਂ, ਚਬਾਰਾ ਹੀ ਪਾ ਕੇ ਬਹਿ ਗਿਆ। ਜੀ ਜਿਹੜੀ ਡਿਗਰੀ ਉਹਨੇ ਆਖਿਆ ਮੈਂ ਫਲਾਣੇ ਥਾਂ ਤੋਂ ਕੀਤੀ ਆ, ਜਿਹੜੀਆਂ ਤਰੀਕਾਂ ਨੂੰ ਉੱਥੇ ਕਾਲਜ ਵਿੱਚ ਪੜ੍ਹਦਾ ਉਹਨੇ ਦੱਸਿਆ, ਉਹਨਾਂ ਤਰੀਕਾਂ ਨੂੰ ਉਹ ਮੰਤਰੀ ਦੇ ਨਾਲ ਸਮਾਗਮਾਂ 'ਚ ਤੁਰਿਆ ਫਿਰਦਾ ਸੀ ਇੱਥੇ ਪੰਜਾਬ 'ਚ। ਅਕਾਲੀ ਭਾਜਪਾ ਸਰਕਾਰ ਉਹਨੂੰ ਲਾ ਗਈ ਸੀ। ਕਾਂਗਰਸੀਆਂ ਦੇ ਵੇਲੇ ਇਹਨਾਂ ਟੈਕਟਫੁਲ ਸੀ ਕਿ ਇਹਨਾਂ ਕੱਢਣ ਤੋਂ ਨਾ ਕਰਤੀ। ਹਾਈ ਕੋਰਟ 'ਚ ਕੇਸ ਗਿਆ। ਉਹ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਕਿਸੇ ਥਾਂ ਤੇ SDM ਲੱਗਾ ਸੀ, ਉੱਥੋਂ ਕੁਰਸੀ ਛਡਾ ਕੇ ਫਿਰ ਕਲਰਕੀ ਥਾਂ ਤੇ ਬਿਠਾਇਆ ਗਿਆ। ਜੀ ਸ਼ਰਮ ਨਹੀਂ ਆਉਂਦੀ? ਇਹ ਤੋਂ ਪਹਿਲਾਂ ਬਿਹਾਰ ਦੇ ਵਿੱਚ ਇੱਕ ਕੇਸ ਹੋ ਚੁੱਕਾ 5-7 ਸਾਲ ਪਹਿਲਾਂ। ਇੱਕ ਕੁੜੀ ਬੋਰਡ ਦੇ ਵਿੱਚੋਂ ਸਾਰੇ ਬਿਹਾਰ 'ਚੋਂ ਟਾਪ ਕੀਤਾ, ਰੌਲਾ ਪੈ ਗਿਆ। ਇੰਟਰਵਿਊ ਕਰਨ ਗਏ ਪੱਤਰਕਾਰ, ਉਹਨੂੰ ਪੁੱਛਿਆ ਗਿਆ ਕਿ ਬੇਟਾ ਤੇਰੇ ਕਿਹੜੇ ਸਬਜੈਕਟ 'ਚੋਂ ਕਿੰਨੇ ਨੰਬਰ ਆਏ ਆ? ਉਹ ਵੇਖੀ ਜਾਵੇ। ਕਹਿੰਦੇ ਸਬਜੈਕਟ ਕਿਹੜੇ ਸੀ ਤੇਰੇ? ਕਹਿੰਦੀ ਇੱਕ ਤਾਂ ਹਿੰਦੀ ਥਾ, ਇੱਕ ਇੰਗਲਿਸ਼, ਇੱਕ। ਉਹਨੂੰ ਸਬਜੈਕਟ ਹੀ ਪਤਾ ਨਹੀਂ। ਜੀ ਜਦੋਂ ਇਹ ਗੱਲ ਇੰਟਰਵਿਊ 'ਚ ਆਈ, ਅਦਾਲਤ ਤੱਕ ਗਈ, ਫਿਰ ਆਖਿਆ ਗਿਆ ਤੋਂ ਦੁਬਾਰਾ ਸਾਰੇ ਪੇਪਰ ਲਓ। ਪੇਪਰ ਲੈਣ ਦੇ ਬਜਾਏ ਬੋਰਡ ਬਿਠਾਇਆ ਗਿਆ। ਬੋਰਡ ਨੇ ਉਹਨੂੰ ਆਖਿਆ ਪੇਪਰ ਦੇ, ਉੱਥੇ ਨਾਲ ਦੇ ਕਮਰੇ 'ਚ ਜਾ ਕੇ ਬਹਿ ਕੇ ਅੱਧਾ ਘੰਟਾ ਬੈਠੀ ਰਹੀ। ਜਦੋਂ ਪੇਪਰ ਕਰਕੇ ਲਿਆਈ ਤੇ ਪੇਪਰ ਦੇ ਉੱਤੇ ਮੋਟੇ ਅੱਖਰਾਂ 'ਚ ਪਹਿਲੇ ਸਫ਼ੇ 'ਤੇ ਲਿਖਿਆ ਜੈ ਰਾਮ ਜੀ ਕੀ। ਜੈ ਰਾਮ ਜੀ ਕੀ ਲਿਖਣ ਨਾਲ ਹੀ ਸਾਰੇ ਬਿਹਾਰ ਸਟੇਟ 'ਚੋਂ ਕੁੜੀ ਟਾਪ ਕਰ ਗਈ। ਫਿਰ ਪਤਾ ਲੱਗਾ ਕਿ ਉਹ ਜਿਹੜੇ ਸਕੂਲ ਵਿੱਚੋਂ ਪ੍ਰਾਈਵੇਟ ਸਕੂਲ 'ਚੋਂ ਆਈ ਸੀ, ਉਹ ਪ੍ਰਾਈਵੇਟ ਸਕੂਲ ਵਾਲਾ ਲੋਕਾਂ ਦੇ ਬੱਚਿਆਂ ਨੂੰ ਇਸੇ ਤਰ੍ਹਾਂ ਮੈਰਿਟ 'ਤੇ ਲਿਆਉਂਦਾ ਸੀ। ਅੱਗੇ 10ਵੇਂ 12ਵੇਂ 20ਵੇਂ 30ਵੇਂ ਨੰਬਰ 'ਤੇ ਲਿਆਉਂਦਾ ਸੀ। ਇੱਕ ਘਰ ਤੋਂ ਜ਼ਿਆਦਾ ਪੈਸੇ ਖਾਦੇ ਸੀ, ਉਹਨੂੰ ਕੁੜੀ ਨੂੰ ਟਾਪਰ ਬਣਾਤਾ। ਟਾਪਰ ਬਣਾਉਣ ਨਾਲ ਸਾਰਾ ਕੁਝ ਖੁੱਲ੍ਹ ਗਿਆ ਕਿ ਬਿਹਾਰ 'ਚੋਂ ਕੁੜੀ ਨੇ ਟਾਪ ਕੀਤਾ ਤੇ ਉਹਨੂੰ ਪਤਾ ਹੀ ਨਹੀਂ ਮੇਰੇ ਸਬਜੈਕਟ ਕਿਹੜੇ ਆ। ਅੱਜ ਜੋ ਕੁਝ ਪੰਜਾਬ 'ਚ ਹੁੰਦਾ ਪਿਆ, ਜੋ ਰਾਜਸਥਾਨ 'ਚ ਹੁੰਦਾ ਪਿਆ, ਇਹਦੇ ਅੱਗੇ ਤਾਂ ਜੈ ਰਾਮ ਜੀ ਕੀ, ਇਹਦੇ ਅੱਗੇ ਕੁਝ ਨਹੀਂ ਹੋ ਸਕਦਾ। ਹੁਣ ਆ ਜਾਓ ਕੇਂਦਰ ਦੀ ਗੱਲ। ਉੱਥੇ ਕੀ ਹੁੰਦਾ ਪਿਆ? ਜਦੋਂ ਮਈ ਤੱਕ ਕਰੋਨਾ ਵਾਇਰਸ ਦੀ ਦੂਸਰੀ ਲਹਿਰ ਚੱਲਦੀ ਸੀ, ਮੈਂ ਰੋਜ਼ ਮੁੜ ਕੇ ਕਹਿੰਦਾ ਸੀ ਕਿ ਇਸ ਥਾਂ ਦੇ ਉੱਤੇ ਮੌਤਾਂ ਜਿਹੜੀਆਂ ਨੇ 4 ਗੁਣੀਆਂ ਹੋ ਰਹੀਆਂ ਨੇ, 5 ਗੁਣੀਆਂ ਹੋ ਰਹੀਆਂ ਨੇ। ਸਰਕਾਰ ਪੂਰੀਆਂ ਮੌਤਾਂ ਨਹੀਂ ਦੱਸਦੀ। ਮੈਂ ਕਹਿੰਦਾ ਸੀ ਦੁਨੀਆ ਦੀਆਂ ਅਖਬਾਰਾਂ ਕਹਿ ਰਹੀਆਂ ਮੌਤਾਂ ਵੱਧ ਨੇ, ਘਟਾ ਕੇ ਦੱਸਦੇ ਪਏ ਨੇ। ਜੀ ਇਹ ਮੰਨਣ ਨੂੰ ਕੋਈ ਤਿਆਰ ਸੀ? ਮੈਂ ਕਹਿੰਦਾ ਸੀ ਜਿਹੜੇ ਪਿੰਡ ਦੇ ਵਿੱਚ 3 ਸਾਲਾਂ 'ਚ 20 ਬੰਦੇ ਮਰੇ ਆ, ਉੱਥੇ 3 ਮਹੀਨਿਆਂ 'ਚ 22 ਕਿੱਦਾਂ ਮਰ ਗਏ? ਇਹ ਕੋਈ ਨੋਟ ਕਰਨ ਨੂੰ ਤਿਆਰ ਨਹੀਂ ਸੀ। ਹੁਣ ਜਿਹੜਾ ਗਲੋਬਲ ਸੈਂਟਰ ਫਾਰ ਡਿਵੈਲਪਮੈਂਟ ਹੈ ਅਮਰੀਕਾ 'ਚੋਂ ਚੱਲਦਾ, ਉਹਨਾਂ ਗਿਣਤੀਆਂ ਕੀਤੀਆਂ। ਪਹਿਲੀਆਂ ਗਿਣਤੀਆਂ 'ਚ ਉਹਨਾਂ ਨੇ ਆਖਿਆ ਸੀ 7 ਰਾਜਾਂ ਦੇ ਵਿੱਚ 34 ਲੱਖ ਮੌਤਾਂ ਹੋਈਆਂ ਨੇ। ਦੂਜੀ ਗਿਣਤੀ ਆਈ ਤੇ ਪਤਾ ਲੱਗਾ ਜੀ ਮੌਤਾਂ 40 ਲੱਖ ਤੋਂ ਵੱਧ ਨੇ। ਤੀਜੀ ਗਿਣਤੀ ਆਈ, ਕਹਿੰਦੇ 49 ਲੱਖ ਨੇ ਭਾਰਤ ਵਿੱਚ ਲੋਕ ਕਰੋਨਾ ਨਾਲ ਪਹਿਲੀ ਤੇ ਦੂਜੀ ਲਹਿਰ 'ਚ ਮਰੇ। ਤੇ ਭਾਰਤ ਸਰਕਾਰ ਦੇ ਅੰਕੜੇ ਕੀ ਦੱਸਦੇ ਆ?
ਅਜੇ ਤੱਕ 4,18,000 ਲੋਕ ਮਰੇ। ਇਹਦੋਂ ਵੱਧ ਮਰੇ ਹੀ ਨਹੀਂ। ਇਹ ਮੁਕਰਨਗੇ ਕਿੱਦਾਂ? ਜਿਨ੍ਹਾਂ ਨੇ ਰਿਪੋਰਟ ਤਿਆਰ ਕਰਾਈ ਹੈ ਉਹਦੇ ਵਿੱਚ ਅਰਵਿੰਦ ਸੁਬਰਾਮਨੀਅਮ ਹੈ। ਅਰਵਿੰਦ ਸੁਬਰਾਮਨੀਅਮ ਕੌਣ ਹੈ? ਨਰਿੰਦਰ ਮੋਦੀ ਦਾ ਬਹੁਤ ਲਾਡਲਾ ਚਹੇਤਾ ਹੁੰਦਾ ਸੀ। ਉਹਨੂੰ 2014 ਚ ਨਰਿੰਦਰ ਮੋਦੀ ਨੇ 3 ਸਾਲਾਂ ਵਾਸਤੇ ਭਾਰਤ ਸਰਕਾਰ ਦਾ ਚੀਫ ਇਕਨੋਮਿਕ ਐਡਵਾਈਜ਼ਰ ਲਾਇਆ ਸੀ। 3 ਸਾਲ ਪੂਰੇ ਹੋ ਗਏ 2017 ਚ। 1 ਸਾਲ ਉਹਨੂੰ ਐਕਸਟੈਂਸ਼ਨ ਦਿੱਤੀ ਸੀ, ਐਡਾ ਲਾਡਲਾ ਸੀ। ਉਹ ਹੁਣ ਉੱਥੇ ਬੈਠਾ, ਉਹਨੂੰ ਤੇ ਪਤਾ ਭਾਰਤ ਵਿੱਚ ਕੀ ਹੁੰਦਾ, ਇੱਕ ਗੱਲ ਦਾ ਪਤਾ ਜੀ। ਉਹ ਕਹਿੰਦਾ 50 ਲੱਖ ਲੋਕ ਮਰ ਗਏ, ਨਰਿੰਦਰ ਮੋਦੀ ਸਰਕਾਰ ਝੂਠ ਬੋਲਦੀ ਆ ਕਿ ਨਹੀਂ ਮਰੇ। ਇਹ ਝੂਠ ਕਿਹਦੀ ਲਈ ਮਾਰਦੇ ਪਏ ਨੇ? ਕਿਉਂ ਮਾਰਦੇ ਪਏ ਨੇ? ਸਾਰੀ ਦੁਨੀਆ ਨੂੰ ਪਤਾ। ਉੱਥੋਂ ਦੀਆਂ ਅਖਬਾਰਾਂ ਨੇ, BBC ਲੰਡਨ ਨੇ, ਗੁਜਰਾਤ ਦੀਆਂ ਅਖਬਾਰਾਂ ਨੇ, ਭਾਰਤ ਦੀਆਂ ਅਖਬਾਰਾਂ ਨੇ ਇਹ ਦੱਸਤਾ ਕਿ ਅਹਿਮਦਾਬਾਦ ਦੇ ਵਿੱਚ ਕਿੰਨੇ ਲੋਕ ਮਰਦੇ ਆ ਤੇ ਕਿੰਨੇ ਦੱਸੇ ਜਾਂਦੇ ਆ। ਜੀ। ਦੱਸਤਾ ਸੂਰਤ ਵਿੱਚ ਕਿੰਨੇ ਲੋਕ ਮਰਦੇ ਤੇ ਕਿੰਨੇ ਦੱਸੇ ਜਾਂਦੇ ਆ। ਦੱਸਤਾ ਕਿ ਵਾਰਾਣਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ 'ਚ ਕਿੰਨੇ ਲੋਕ ਮਰਦੇ ਨੇ ਤੇ ਕਿੰਨੇ ਘੱਟ ਦੱਸੇ ਜਾਂਦੇ ਆ। 10ਵਾਂ ਹਿੱਸਾ ਵੀ ਨਹੀਂ ਦੱਸੇ ਜਾ ਰਹੇ। ਹੁਣ ਇਹ ਅਰਵਿੰਦ ਸੁਬਰਾਮਨੀਅਮ ਵੀ ਨਰਿੰਦਰ ਮੋਦੀ ਦਾ ਦੁਸ਼ਮਣ ਹੋ ਗਿਆ, ਜਿਹੜਾ ਐਡਾ ਚਹੇਤਾ ਸੀ। ਇਹਦੇ ਤੋਂ ਪਹਿਲਾਂ ਰਘੂ ਰਾਮ ਰਾਜਨ ਹੁੰਦਾ ਸੀ ਉੱਥੇ, ਜਿਹਨੂੰ ਇਹਨੇ ਰਿਜ਼ਰਵ ਬੈਂਕ ਦਾ ਗਵਰਨਰ ਬਣਾਤਾ ਤੇ ਉਹਦੀ ਥਾਂ ਤੇ ਇਹਨੂੰ ਲਾਇਆ ਸੀ। ਐਡਾ ਚਹੇਤਾ ਸੀ। ਉਹ ਵੀ ਕਹਿਣ ਡਿਆ ਜੀ 50 ਲੱਖ ਮੁੱਲ ਲੋਕ ਮਰ ਗਏ ਆ ਤੇ 4,10,000 ਦੱਸਦੇ ਪਏ ਨੇ। ਇਹ ਕਿੱਡੀ ਸ਼ਰਮਨਾਕ ਗੱਲ ਹੈ। ਦੁਨੀਆ ਸਾਡੇ ਉੱਤੇ ਹੱਸਦੀ ਨਾ ਹੋਵੇਗੀ ਭਾਰਤ ਤੇ। ਇਦੋਂ ਵੀ ਪਰੇ ਮੰਨ ਲਓ। ਕੱਲ੍ਹ ਦਾ ਰੌਲਾ ਪੈਂਦਾ ਪਿਆ, ਕੀ ਆਖਿਆ ਜਾ ਰਿਹਾ? ਭਾਰਤ ਦੇ ਵਿੱਚ ਕਰੋਨਾ ਦੀ ਦੂਸਰੀ ਲਹਿਰ ਆਈ ਤੋਂ ਆਕਸੀਜਨ ਦੀ ਘਾਟ ਕਰਕੇ ਇੱਕ ਵੀ ਮੌਤ ਨਹੀਂ ਹੋਈ। ਜੀ। ਕਿੱਦਾਂ ਨਹੀਂ ਹੋਈ? ਰੋਜ਼ ਤਾਂ ਹਾਈ ਕੋਰਟਾਂ 'ਚ ਰੌਲਾ ਪੈਂਦਾ ਸੀ, ਫਲਾਣੇ ਥਾਂ ਤੇ 11 ਮਰ ਗਏ ਕਿਉਂਕਿ ਆਕਸੀਜਨ ਹੈ ਨਹੀਂ, ਫਲਾਣੇ ਥਾਂ ਤੇ 35 ਮਰ ਗਏ ਕਿਉਂਕਿ ਆਕਸੀਜਨ ਨਹੀਂ ਮਿਲੀ। ਦਿੱਲੀ ਦਾ ਰੌਲਾ ਤੇ ਭਾਜਪਾ ਵਾਲਿਆਂ ਨੇ ਪਾਇਆ ਸੀ ਕਿ ਅਰਵਿੰਦ ਕੇਜਰੀ ਦਿੱਲੀ ਦੇ ਵਿੱਚ ਆਕਸੀਜਨ ਸਪਲਾਈ ਨਹੀਂ ਕਰ ਸਕਿਆ ਤੇ ਉਹ ਕਹਿੰਦਾ ਸੀ ਤੁਸੀਂ ਦੇ ਨਹੀਂ ਰਹੇ। ਤੇ ਦਿੱਲੀ ਦੇ ਸਾਰੇ ਹਸਪਤਾਲ ਦਿੱਲੀ ਦੇ ਉੱਥੇ ਗਏ ਸੀ ਹਾਈ ਕੋਰਟ ਦੇ ਵਿੱਚ, ਤੇ ਹਾਈ ਕੋਰਟ ਦੇ ਜੱਜਾਂ ਨੇ ਆਖਿਆ ਸੀ ਆਕਸੀਜਨ ਚਾਹੀਦੀ ਆ, ਮੁੱਲ ਲਿਆਓ, ਮੰਗਾਓ। ਨਹੀਂ ਮਿਲਦੀ। ਪਹਿਲੀ ਵਾਰ ਕਿਸੇ ਜੱਜ ਨੇ ਆਖਿਆ ਸੀ ਸਾਡੀ ਵੱਲੋਂ ਚੋਰੀ ਕਰਕੇ ਲਿਆਓ ਆਕਸੀਜਨ ਚਾਹੀਦੀ। ਕਦੇ ਅਦਾਲਤਾਂ ਕਹਿੰਦੀਆਂ ਚੋਰੀ ਕਰਕੇ ਲਿਆਓ। ਜੀ। ਉਹਨੇ ਆਖਿਆ ਲੋਕਾਂ ਨੂੰ ਬਚਾਉਣ ਵਾਸਤੇ ਆਕਸੀਜਨ ਲਿਆਓ, ਭਾਵੇਂ ਚੋਰੀ ਕਰਕੇ ਲਿਆਓ। ਇਹ ਤਾਂ ਦਿੱਲੀ 'ਚ ਜਿੱਥੇ ਰਾਜਧਾਨੀ ਹੈ ਦੇਸ਼ ਦੀ, ਉੱਥੇ ਵੀ ਹੋਇਆ ਸੀ ਔਰ ਉੱਥੇ ਦਿੱਲੀ 'ਚ ਲੋਕ ਮਰੇ ਸਨ। ਉੱਤਰਾਖੰਡ 'ਚ ਭਾਜਪਾ ਦੀ ਸਰਕਾਰ, ਉੱਥੇ ਮਰੇ ਸਨ। ਗੁਜਰਾਤ ਦੇ ਵਿੱਚ ਮਰੇ ਸਨ, ਮਹਾਰਾਸ਼ਟਰ 'ਚ ਮਰੇ ਸਨ, ਸਾਰੀਆਂ ਥਾਵਾਂ ਤੇ ਮਰੇ ਸਨ, ਆਂਧਰਾ 'ਚ ਮਰੇ ਸਨ। ਔਰ ਇੱਕ ਰਾਜਸਥਾਨ ਦੇ ਵਿੱਚ ਇੱਕ ਥਾਂ ਤੇ ਇਹ ਹੋਇਆ ਸੀ, ਆਕਸੀਜਨ ਦੇ ਸਿਲੰਡਰ ਨਾ ਮਿਲੇ। ਸਾਰਾ ਦਿਨ ਡਾਕਟਰ ਫੋਨ ਕਰਦੇ ਰਹੇ, ਹਾਰ ਕੇ ਰਾਤ ਨੂੰ ਜਦੋਂ ਹਨੇਰਾ ਹੋਣ ਲੱਗਾ, ਡਾਕਟਰ, ਫਾਰਮਾਸਿਸਟ, ਲੈਬ ਟੈਕਨੀਸ਼ੀਅਨ ਤੇ ਨਰਸਾਂ ਦਰਵਾਜ਼ਾ ਖੋਲ੍ਹ ਕੇ ਪਿੱਛੋਂ ਸਪਲਾਈ ਵਾਲਾ ਦਰਵਾਜ਼ਾ ਚੋਰੀ ਭੱਜ ਕੇ ਲਿਖ ਕੇ ਰੱਖ ਕੇ ਕਿ ਗੈਸ ਹੈ ਨਹੀਂ, ਇਹ ਮਰੀਜ਼ ਰਾਤ ਨੂੰ ਮਰ ਜਾਣੇ ਆ। ਉਹਦੇ ਬਾਅਦ ਮਰੀਜ਼ਾਂ ਦੇ ਵਾਰਸਾਂ ਨੇ ਸਾਨੂੰ ਕੁੱਟ-ਕੁੱਟ ਮਾਰ ਦੇਣਾ, ਅਸੀਂ ਤਾਂ ਜਾ ਰਹੇ ਹਾਂ। ਭਾਰਤ ਸਰਕਾਰ ਬੜੀ ਬੇਸ਼ਰਮੀ ਨਾਲ ਇਹ ਕਹਿ ਰਹੀ ਹੈ ਕਿ ਬੰਦਾ ਹੀ ਇੱਕ ਨਹੀਂ ਆਕਸੀਜਨ ਦੀ ਘਾਟ ਕਰਕੇ ਮਰਿਆ। ਐਦੋਂ ਵੱਧ ਬੇਸ਼ਰਮੀ ਕੋਈ ਹੋ ਸਕਦੀ ਹੈ? ਭਾਰਤ ਸਰਕਾਰ ਆਪਣੀਆਂ ਭਾਜਪਾ ਦੀਆਂ ਸਰਕਾਰਾਂ ਤੋਂ ਵੀ ਇਹੋ ਅਖਵਾਈ ਜਾਂਦੀ ਹੈ। ਦਿੱਲੀ ਦਾ ਮੁੱਖ ਮੰਤਰੀ ਕਹਿਣ ਡਿਆ, ਦਿੱਲੀ ਦਾ ਸਿਹਤ ਮੰਤਰੀ ਕਹਿਣ ਡਿਆ ਕਿ ਆਹ ਗੱਲ, ਜਿਹੜੀਆਂ ਗੱਲਾਂ ਅਦਾਲਤਾਂ ਵਿੱਚ ਆ ਚੁੱਕੀਆਂ, ਵੱਖ-ਵੱਖ ਹਾਈ ਕੋਰਟਾਂ ਤੋਂ ਬਾਅਦ ਸੁਪਰੀਮ ਕੋਰਟ ਤੱਕ ਜਾ ਚੁੱਕੀਆਂ। ਸੁਪਰੀਮ ਕੋਰਟ ਨੇ ਆਖਿਆ ਕਿ ਤੁਸੀਂ ਸਿਲੰਡਰਾਂ ਦਾ ਪ੍ਰਬੰਧ ਕਰੋ, ਲੋਕ ਮਰਦੇ ਪਏ ਆ। ਸਰਕਾਰ ਕਹਿੰਦੀ ਬੰਦਾ ਹੀ ਕੋਈ ਨਹੀਂ ਮਰਿਆ। ਸਰਕਾਰ ਇਸ ਹੱਦ ਤੱਕ ਜਦੋਂ ਸਰਕਾਰ ਚਲੀ ਜਾਵੇ ਤੇ ਫਿਰ ਅਸੀਂ ਕੀ ਸਮਝੀਏ ਕਿ ਦੇਸ਼ ਦਾ ਕੀ ਬਣੇਗਾ? ਜੀ। ਦੇਸ਼ ਤਾਂ ਤਬਾਹ ਹੋਣ ਤੇ ਆਇਆ ਪਿਆ। ਹੁਣ ਗੱਲ ਵਿੱਚੋਂ ਕੀ ਨਿਕਲਦੀ ਆ? ਜਿਹੜੀ ਗੱਲ ਅੱਜ ਹੁਣ ਪਤਾ ਨਹੀਂ ਠੀਕ ਕੀਤਾ, ਟਵੀਟ ਗਲਤ ਕੀਤਾ। ਕਾਂਗਰਸ ਦੀ ਲੀਡਰ ਪ੍ਰਿਯੰਕਾ ਗਾਂਧੀ ਨੇ ਆਖਿਆ, ਕਹਿੰਦੀ ਜੀ ਆਕਸੀਜਨ ਦੀ ਘਾਟ ਉੱਥੇ ਇਸ ਕਰਕੇ ਆਈ ਕਿ ਜਦੋਂ ਕਰੋਨਾ ਵਾਇਰਸ ਦੀ ਦੂਸਰੀ ਲਹਿਰ ਚੱਲਦੀ ਪਈ ਸੀ, ਜਦੋਂ ਪ੍ਰਧਾਨ ਮੰਤਰੀ ਬੰਗਾਲ ਜਿੱਤਣ ਤੁਰਿਆ ਹੋਇਆ ਸੀ ਤੇ ਹਾਰ ਕੇ ਮੁੜ ਆਇਆ, ਉਹਨਾਂ ਦਿਨਾਂ 'ਚ ਆਕਸੀਜਨ ਦੇ ਸਿਲੰਡਰ ਇੱਥੇ ਵਰਤਣ ਦੀ ਥਾਂ ਆਕਸੀਜਨ ਵਿਦੇਸ਼ਾਂ ਨੂੰ ਐਕਸਪੋਰਟ ਕਰਨੀ ਸ਼ੁਰੂ ਕਰ ਦਿੱਤੀ। ਔਰ ਕਿੰਨੀ ਕੀਤੀ? 1% 2% ਨਹੀਂ, 700%। ਯਾਨੀ ਜਿੰਨੇ ਅੱਗੇ ਸਿਲੰਡਰ ਜਾਂਦੇ ਸੀ, ਫਰਜ਼ ਕਰੋ ਅੱਗੇ 1000 ਟਨ ਜਾਂਦੇ ਹੋਣ, ਫਿਰ 7000 ਟਨ ਚਲੇ ਗਏ। 7 ਗੁਣੀ 700% ਆਕਸੀਜਨ ਜਿਹੜੀ ਆ ਵਿਦੇਸ਼ਾਂ ਨੂੰ ਐਕਸਪੋਰਟ ਕਰਨੀ ਸ਼ੁਰੂ ਕਰ ਦਿੱਤੀ। ਭਾਰਤ ਦੀਆਂ ਅਦਾਲਤਾਂ ਕਹਿਣ ਡਈਆਂ, ਹਾਈ ਕੋਰਟ ਕਹਿੰਦੀ ਭਾਵੇਂ ਚੋਰੀ ਕਰਕੇ ਲਿਆਓ, ਆਪਣੇ ਦੇਸ਼ ਦੇ ਤਾਂ ਨਾਗਰਿਕਾਂ ਨੂੰ ਬਚਾਓ। ਤੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਾਹਰਲੇ ਦੇਸ਼ਾਂ ਨੂੰ ਆਕਸੀਜਨ ਭੇਜ ਦਿਆ ਕਿ ਸਾਡੇ ਵਾਲੇ ਮਰਦੇ, ਕੋਈ ਗੱਲ ਨਹੀਂ, ਮਰ ਜਾਣ ਦਿਓ। ਜਦੋਂ ਆ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਪਈਆਂ ਨੇ, ਫਿਰ ਦੇਸ਼ ਦਾ ਬਣੇਗਾ ਕੀ? ਮੈਨੂੰ ਇੱਕ ਗੱਲ ਯਾਦ ਆਉਂਦੀ ਆ ਜੀ, ਉਹ ਇਹ ਕਿ ਇੱਕ ਵਾਰੀ ਪਾਰਲੀਮੈਂਟ 'ਚ ਸਵਾਲ ਉੱਠਿਆ ਸੀ
ਲਾਲੂ ਪ੍ਰਸਾਦ ਯਾਦਵ ਨੂੰ ਆਖਿਆ ਗਿਆ ਤੂੰ ਅੰਨਾ ਹਜ਼ਾਰੇ ਤੋਂ ਡਰਦਾ, ਤੇ ਉਹਨੇ ਮਜ਼ਾਕ ਨਾ ਆਖਿਆ ਸੀ ਮੇਰਾ ਜਨਮ ਤਾਂ 1948 ਦਾ, ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਸੀ ਲਾਲੂ ਜੰਮਣ ਵਾਲਾ, ਉਹ 1 ਸਾਲ ਪਹਿਲਾਂ ਹੀ ਡਰਦੇ ਭੱਜ ਗਏ ਸੀ। ਮੈਨੂੰ ਨਹੀਂ ਪਤਾ ਅੰਗਰੇਜ਼ਾਂ ਨੂੰ ਪਤਾ ਲੱਗਾ ਕਿ ਨਹੀਂ ਲੱਗਾ, ਮੈਨੂੰ ਨਹੀਂ ਪਤਾ ਲਾਲੂ ਤੋਂ ਅੰਗਰੇਜ਼ ਡਰਦੇ ਕਿ ਨਹੀਂ ਡਰਦੇ, ਪਰ ਮੈਂ ਇਹ ਸਮਝਦਾ ਕਿ ਸਾਡੇ ਦੇਸ਼ ਵਿੱਚ ਜਿੱਥੇ ਜ਼ਿਲ੍ਹੇ ਦੇ ਸਿਵਲ ਸਰਜਨ ਦੇ ਪੱਧਰ ਦੇ ਅਫਸਰਾਂ ਤੋਂ ਹੇਠਲੇ ਹਸਪਤਾਲਾਂ ਦੇ ਡਾਕਟਰ, ਜਿਹੜੇ ਡਾਕਟਰ ਨਹੀਂ ਅਸਲ 'ਚ ਹਸਪਤਾਲਾਂ ਦੇ ਪ੍ਰਬੰਧਕਾਂ ਤੋਂ ਲੈ ਕੇ ਸੂਬਿਆਂ ਦੇ ਸਿਹਤ ਮੰਤਰੀਆਂ ਤੱਕ, ਕੇਂਦਰ ਦੇ ਸਿਹਤ ਮੰਤਰੀ ਤੱਕ, ਦੇਸ਼ ਦਾ ਪ੍ਰਧਾਨ ਮੰਤਰੀ ਤੱਕ, ਸਾਰੇ ਇੰਨਾ ਜ਼ਿਆਦਾ ਝੂਠ ਬੋਲਦੇ ਪਏ ਹੋਣ, ਪਾਰਲੀਮੈਂਟ 'ਚ ਖਲੋ ਕੇ ਝੂਠ ਬੋਲਿਆ ਜਾ ਰਿਹਾ, ਉੱਥੇ ਕਰੋਨਾ ਦਾ ਇਲਾਜ ਕਰਨ ਦੀ ਲੋੜ ਨਹੀਂ ਜੀ। ਜੇ ਕਰੋਨਾ ਸੱਚੀ ਮੁੱਚੀ ਹੈਗਾ ਨਾ, ਉਹ ਆਪ ਹੀ ਸ਼ਰਮ ਨਾਲ ਹੀ ਮਰ ਜਾਊਗਾ ਕਿ ਮੈਂ ਇਹੋ ਜਿਹੇ ਦੇਸ਼ 'ਚ ਆ ਕਰਨ ਨੂੰ ਗਿਆ। ਕੁਝ ਤਾਂ ਸ਼ਰਮ ਹੋਣੀ ਚਾਹੀਦੀ ਹੈ। ਇਹ ਹਾਲਤ ਬਣੀ ਪਈ ਹੈ ਸਾਰੀ ਦੁਨੀਆ 'ਚ ਇਸ ਦੇਸ਼ ਦੀ। ਸਾਡੇ ਇਸ ਦੇਸ਼ ਦੇ ਲੋਕਾਂ ਨੂੰ ਸੋਚਣਾ ਪਏਗਾ ਕਿ ਦੇਸ਼ ਦੀ ਸਰਕਾਰ ਕਰਦੀ ਕੀ ਪਈ ਹੈ। ਸਿਰਫ ਗਲੇਡੂ ਸੁੱਟ ਕੇ ਵਿਖਾ ਕੇ ਕਿ ਮੈਨੂੰ ਬੜਾ ਦੁੱਖ ਹੋਇਆ, ਸਾਡੇ ਹਮਾਰੇ ਤੋਂ ਬਹੁਤ ਲੋग मारे गए, हमने अपनों को खोया है। अपनों को खोया है, जे अपनों को खोए ਦਾ ਦਰਦ ਹੁੰਦਾ ਤੇਰੇ ਫਿਰ ਦੇਸ਼ ਦਾ ਪ੍ਰਧਾਨ ਮੰਤਰੀ ਡੋਨਲਡ ਟਰੰਪ ਦੀ ਰੀਸ ਕਰਕੇ ਉਹਦੇ ਵਰਗੇ ਜਹਾਜ਼ ਦੇ ਉੱਤੇ ਵੋਟਾਂ ਨਾ ਮੰਗਦਾ ਫਿਰਦਾ। ਜੋ ਕੁਛ ਹੋਇਆ ਅੱਤ ਦਾ ਮਾੜਾ ਹੈ, ਸ਼ਰਮਨਾਕ ਹੈ। ਮਾਫ ਕਰਨਾ ਮੈਂ ਤੁਹਾਡੇ ਅੱਜ ਸਵਾਲਾਂ ਦਾ ਟਾਈਮ ਖਾ ਗਿਆ, ਜੀ। ਪਰ ਇਹ ਗੱਲਾਂ ਸਾਡੇ ਦਰਸ਼ਕਾਂ ਤੱਕ ਜਾਣੀਆਂ ਚਾਹੀਦੀਆਂ, ਦਰਸ਼ਕਾਂ ਦੇ ਨਾਲ ਸਮੁੱਚੇ ਪੰਜਾਬ 'ਚ ਜਾਣੀਆਂ ਚਾਹੀਦੀਆਂ, ਸਮੁੱਚੇ ਦੇਸ਼ 'ਚ ਜਾਣੀਆਂ ਚਾਹੀਦੀਆਂ, ਦੁਨੀਆ 'ਚ ਜਾਣੀਆਂ ਚਾਹੀਦੀਆਂ ਕਿ ਅਸੀਂ ਉਸ ਦੇਸ਼ ਵਿੱਚ ਰਹਿੰਦੇ ਹਾਂ ਜਿਹਦੇ ਬਾਰੇ ਅੱਜ ਤੋਂ 20-25 ਸਾਲ ਪਹਿਲਾਂ ਮੈਂ ਇੱਕ ਟਰੱਕ ਦੇ ਪਿੱਛੇ ਲਿਖਿਆ ਵੇਖਿਆ ਸੀ, 100 ਚੋਂ 99 ਬੇਈਮਾਨ, ਫਿਰ ਵੀ ਮੇਰਾ ਭਾਰਤ ਮਹਾਨ। ਜੀ 99 ਕੋਈ ਬੇਈਮਾਨ ਨਹੀਂ ਗੇ, 99 ਆਮ ਲੋਕ ਨੇ, ਉੱਪਰ ਬੈਠੇ 1% ਉਹ ਬੇਈਮਾਨ ਨੇ, ਭਾਰਤ ਮਹਾਨ ਜਪਦੇ ਨੇ ਪਰ 99 ਦਾ ਨਾਂ ਲਾਉਂਦੇ ਨੇ। ਮੁਆਫ ਕਰਨਾ, ਸਥਿਤੀ ਇੱਥੇ ਪਹੁੰਚ ਚੁੱਕੀ ਹੈ। ਗੱਲਾਂ ਤਾਂ ਪੰਨੂ ਸਾਹਿਬ ਸਾਰੀਆਂ ਸੱਚੀਆਂ ਹੈ, ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਤਾਜ਼ਾ ਹਾਲਾਤ ਹੈ ਦੇਸ਼ ਦੇ ਕਿਸ ਤਰ੍ਹਾਂ ਬਣੇ ਹੈ, 1% ਬੇਈਮਾਨ ਹੈ। ਦਰਸ਼ਕ ਚੰਗੀ ਤਰ੍ਹਾਂ ਅੱਜ ਜ਼ਰੂਰ ਸਮਝਣਗੇ ਤੇ ਖਬਰਾਂ ਤੇ ਚਰਚਾ ਆਪਾਂ ਨਿੱਠ ਕੇ ਰੋਜ਼ ਕਰਦੇ ਹਾਂ, ਇਹ ਗੱਲਾਂ ਵੀ ਲੋਕਾਂ ਤੱਕ ਪਹੁੰਚਣੀਆਂ ਜ਼ਰੂਰੀ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹ ਸਾਰੀਆਂ ਗੱਲਾਂ ਕੀਤੀਆਂ। ਸੋ ਪ੍ਰੋਗਰਾਮ ਨੂੰ ਹੁਣ ਇੱਥੇ ਸਮਾਪਤ ਕਰਦੇ ਹਾਂ। ਉਮੀਦ ਹੈ ਕਿ ਅੱਜ ਦਾ ਇਹ ਖਾਸ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ। ਕੱਲ੍ਹ ਫਿਰ ਮਿਲਦੇ ਹਾਂ ਨਵੇਂ ਪ੍ਰੋਗਰਾਮ ਨਾਲ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।